ਸਤਿ ਸ਼੍ਰੀ ਅਕਾਲ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਆ। ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੋ ਨਵੀਂ ਰਿਕਰੂਟਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਊਟ ਹੋਈ ਹੈ ਫੋਰੈਸਟਰ ਅਤੇ ਫੋਰੈਸਟ ਗਾਰਡ ਦੀ ਇਸ ਵੈਕੈਂਸੀਜ਼ ਦੇ ਬਾਰੇ, ਜੋ ਕਿ ਟੋਟਲ 20 ਵੈਕੈਂਸੀਜ਼ ਆਊਟ ਹੋਈਆਂ ਨੇ। ਇਹਨਾਂ ਵੈਕੈਂਸੀਜ਼ ਦਾ ਕੀ ਐਲੀਜੀਬਿਲਿਟੀ ਕ੍ਰਾਈਟੇਰੀਆ ਰਹਿਣ ਵਾਲਾ ਹੈ, ਕੀ ਸੈਲਰੀ ਰਹਿਣ ਵਾਲੀ ਹੈ ਅਤੇ ਕੀ ਏਜ ਕ੍ਰਾਈਟੇਰੀਆ ਰਹਿਣ ਵਾਲਾ ਹੈ, ਸਾਰੀ ਜਾਣਕਾਰੀ ਮੈਂ ਤੁਹਾਨੂੰ ਅੱਜ ਦੇ ਇਸ ਵੀਡੀਓ ਲੈਸਨ ਦੇ ਵਿੱਚ ਪ੍ਰੋਵਾਈਡ ਕਰਾਊਂਗਾ। ਤਾਂ ਤੁਸੀਂ ਇਸ ਵੀਡੀਓ ਲੈਸਨ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਵੇਖਣਾ। ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫੋਰੈਸਟਰ ਪੋਸਟ ਦੇ ਬਾਰੇ। ਤਾਂ ਫੋਰੈਸਟਰ ਦੀ ਜੋ ਪੋਸਟ ਹੈ ਇਹਦੀਆਂ ਟੋਟਲ 6 ਵੈਕੈਂਸੀਜ਼ ਆਊਟ ਹੋਈਆਂ ਨੇ, ਜਿਹਦੇ ਵਿੱਚੋਂ ਜੇਕਰ ਆਪਾਂ ਅਨਰਿਜ਼ਰਵ ਪੋਸਟਾਂ ਦੀ ਗੱਲ ਕਰੀਏ ਤਾਂ ਤੁਹਾਡੀਆਂ 5 ਪੋਸਟਾਂ ਨੇ, ਅਤੇ ਜੇਕਰ ਆਪਾਂ ਗੱਲ ਕਰੀਏ SC ਦੀਆਂ ਪੋਸਟਾਂ ਦੀ ਤਾਂ ਤੁਹਾਡੀ 1 ਪੋਸਟ ਹੈ। ਠੀਕ ਹੈ, ਇਸ ਤੋਂ ਬਾਅਦ ਜੇਕਰ ਆਪਾਂ ਇਹਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ 12ਵੀਂ ਜੋ ਹੈ ਤੁਹਾਡੀ ਉਹ ਤੁਹਾਡੀ ਇਹਨਾਂ 5 ਸਬਜੈਕਟਾਂ ਦੇ ਵਿੱਚੋਂ ਕਿਸੇ 2 ਸਬਜੈਕਟਾਂ ਦੇ ਨਾਲ ਕੀਤੀ ਹੋਣੀ ਚਾਹੀਦੀ ਹੈ। ਮਤਲਬ ਇਹ ਜੋ 5 ਸਬਜੈਕਟ ਨੇ ਜੋ ਕਿ ਫਿਜ਼ਿਕਸ, ਕੈਮਿਸਟਰੀ, ਮੈਥ, ਬਾਇਓਲੋਜੀ, ਐਗਰੀਕਲਚਰ ਹੈ, ਇਹਨਾਂ 5 ਸਬਜੈਕਟਾਂ ਦੇ ਵਿੱਚੋਂ ਜੇਕਰ ਕਿਸੇ 2 ਸਬਜੈਕਟਾਂ ਦੇ ਵਿੱਚ ਤੁਹਾਡੀ 12ਵੀਂ ਕੀਤੀ ਹੈ ਤਾਂ ਤੁਸੀਂ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ। ਠੀਕ ਹੈ, ਅਤੇ ਇਸ ਪੋਸਟ ਦਾ ਜੋ ਤੁਹਾਡੀ ਸੈਲਰੀ ਰਹੂਗੀ ਉਹ 10,300 ਤੋਂ 34,800 ਪਲੱਸ 4400 ਗ੍ਰੇਡ ਪੇ ਰਹਿਣ ਵਾਲੀ ਹੈ। ਠੀਕ ਹੈ, ਅਤੇ ਜੇਕਰ ਤੁਹਾਡੀ 12ਵੀਂ ਇਹਨਾਂ 5 ਸਬਜੈਕਟਾਂ ਦੇ ਵਿੱਚੋਂ ਕਿਸੇ 2 ਸਬਜੈਕਟਾਂ ਦੇ ਨਾਲ ਨਹੀਂ ਕੀਤੀ ਹੋਈ ਤਾਂ ਤੁਹਾਡੇ ਕੋਲ 10ਵੀਂ ਸੈਕਿੰਡ ਡਿਵੀਜ਼ਨ ਦੇ ਵਿੱਚ ਕਰਨ ਤੋਂ ਬਾਅਦ ITI ਦਾ ਸਰਵੇਇੰਗ, ਡਰਾਫਟਸਮੈਨ ਅਤੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਠੀਕ ਹੈ, ਤਾਂ ਇਹ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਫਿਰ ਹੀ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ। ਠੀਕ ਹੈ, ਜਾਂ ਤਾਂ ਇਹ ਵਾਲੀ ਕੰਡੀਸ਼ਨ ਤੁਸੀਂ ਫੁੱਲਫਿਲ ਕਰੋ ਜਾਂ ਫਿਰ ਤੁਸੀਂ ਇਹ ਵਾਲੀ ਕੰਡੀਸ਼ਨ ਫੁੱਲਫਿਲ ਕਰੋ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇਸ ਦੀ ਏਜ ਦੀ, ਤਾਂ ਇਹਦੀ ਜੋ ਏਜ ਹੈ ਉਹ 18 ਤੋਂ 37 ਸਾਲ ਰਹਿਣ ਵਾਲੀ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫੋਰੈਸਟ ਗਾਰਡ ਦੀ ਪੋਸਟ ਦੀ, ਜਿਹਦੀਆਂ ਟੋਟਲ ਪੋਸਟਾਂ ਜੋ ਨੇ ਉਹ 14 ਪੋਸਟਾਂ ਨੇ, ਜਿਹਦੇ ਵਿੱਚੋਂ ਅਨਰਿਜ਼ਰਵ ਕੈਟਾਗਰੀ ਦੀਆਂ 8 ਪੋਸਟਾਂ ਨੇ, SC ਕੈਟਾਗਰੀ ਦੀਆਂ 4 ਅਤੇ OBC ਕੈਟਾਗਰੀ ਦੀਆਂ 2 ਪੋਸਟਾਂ ਨੇ। ਠੀਕ ਹੈ, ਇਹਦੇ ਲਈ ਤੁਹਾਡੀ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ, ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕਿ ਜੇਕਰ ਤੁਹਾਡੀ 12ਵੀਂ ਨਹੀਂ ਪਾਸ ਕੀਤੀ, ਇੱਥੇ ਇੱਕ ਚੀਜ਼ ਹੋਰ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ 12ਵੀਂ ਦੇ ਵਿੱਚ ਜ਼ਰੂਰੀ ਨਹੀਂ ਹੈਗਾ ਤੁਸੀਂ ਫਿਜ਼ਿਕਸ, ਕੈਮਿਸਟਰੀ ਜਾਂ ਮੈਥ ਪੜ੍ਹਿਆ ਹੋਵੇ। ਕਿਸੇ ਵੀ ਫੀਲਡ ਦੇ ਵਿੱਚੋਂ ਜੇਕਰ ਤੁਸੀਂ 12ਵੀਂ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ, ਚਾਹੇ ਤੁਸੀਂ ਆਰਟਸ ਨਾਲ ਕੀਤੀ ਹੈ, ਚਾਹੇ ਤੁਸੀਂ ਨੋਨ ਮੈਡੀਕਲ ਨਾਲ, ਮੈਡੀਕਲ ਨਾਲ, ਕਮਰਸ ਨਾਲ, ਕਿਸੇ ਵੀ ਫੀਲਡ ਦੇ ਵਿੱਚ ਕੀਤੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਡੀ 12ਵੀਂ ਨਹੀਂ ਕੀਤੀ ਫਿਰ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਹੈ ਸਰਵੇਇੰਗ ਦਾ, ਡਰਾਫਟਸਮੈਨ ਦਾ ਅਤੇ ਸਿਵਲ ਇੰਜੀਨੀਅਰਿੰਗ ਦਾ। ਠੀਕ ਹੈ, ਤਾਂ ਇਹਨਾਂ ਦੇ ਵਿੱਚੋਂ ਜੇਕਰ ਤੁਹਾਡੇ ਕਿਸੇ ਵੀ ਫੀਲਡ ਦੇ ਵਿੱਚ ਡਿਪਲੋਮਾ ਕੀਤਾ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਇੱਥੇ ਜੋ ਸੈਲਰੀ ਇਸ ਪੋਸਟ ਦੀ ਰਹਿਣ ਵਾਲੀ ਹੈ ਉਹ ਤੁਹਾਡੀ 10,300 ਤੋਂ 34,800 ਪਲੱਸ 3200 GP ਰਹਿਣ ਵਾਲੀ ਹੈ। ਠੀਕ ਹੈ, ਅਤੇ ਏਜ ਕ੍ਰਾਈਟੇਰੀਆ ਜੋ ਰਹਿਣ ਵਾਲਾ ਹੈ ਉਹ ਤੁਹਾਡਾ ਰਹਿਣ ਵਾਲਾ 18 ਤੋਂ 37 ਸਾਲ। ਓਫੀਸ਼ੀਅਲ ਜੋ ਨੋਟੀਫਿਕੇਸ਼ਨ ਜੋ ਕਿ ਨਿਊਜ਼ਪੇਪਰ ਦੇ ਵਿੱਚ ਆਇਆ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਡਿਪਾਰਟਮੈਂਟ ਆਫ ਫੋਰੈਸਟ ਐਂਡ ਵਾਈਲਡ ਲਾਈਫ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜੋ ਨੋਟੀਫਿਕੇਸ਼ਨ ਸੀ ਜਾਰੀ ਕੀਤਾ ਗਿਆ ਸੀਗਾ। ਫੋਰੈਸਟਰ ਅਤੇ ਫੋਰੈਸਟ ਗਾਰਡ ਦੀਆਂ ਪੋਸਟਾਂ ਸੀਗੀਆਂ 10,300 ਤੋਂ 34,800 ਪਲੱਸ 4400 ਗ੍ਰੇਡ ਪੇ, ਅਤੇ ਫੋਰੈਸਟ ਗਾਰਡ ਲਈ 3200 ਗ੍ਰੇਡ ਪੇ ਇੱਥੇ ਰੱਖਿਆ ਗਿਆ। ਪੋਸਟਾਂ ਦਾ ਡਿਵੀਜ਼ਨ ਤੁਸੀਂ ਇੱਥੇ ਵੇਖ ਸਕਦੇ ਹੋ। ਉਸ ਤੋਂ ਬਾਅਦ ਪ੍ਰੋਬੇਸ਼ਨ ਦੇ ਵਿੱਚ ਤੁਹਾਨੂੰ 3 ਸਾਲ ਜੋ ਸੈਲਰੀ ਹੈ ਉਹ DC ਰੇਟ ਦੇ ਉੱਤੇ ਜਾਂ ਫਿਰ ਮਿਨੀਮਮ ਪੇ ਬੈਂਡ ਦਾ ਜੋ ਹੈਗਾ ਤੁਹਾਡਾ ਉਸ ਦੇ ਅਕੋਰਡਿੰਗ ਸੈਲਰੀ ਦਿੱਤੀ ਜਾਊਗੀ, ਕਿਉਂਕਿ ਚੰਡੀਗੜ੍ਹ ਦੇ ਵਿੱਚ DC ਰੇਟ ਜ਼ਿਆਦਾ ਨਹੀਂ ਤਾਂ ਉੱਥੇ ਤੁਹਾਨੂੰ DC ਰੇਟ ਦੇ ਅਕੋਰਡਿੰਗ ਸੈਲਰੀ ਦਿੱਤੀ ਜਾਊਗੀ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਏਜ ਦੀ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ 18 ਤੋਂ 37 ਸਾਲ ਏਜ ਹੈ, ਲੇਕਿਨ ਜੋ ਏਜ ਰਿਲੈਕਸੇਸ਼ਨ ਹੈ SC ਕੈਟਾਗਰੀ ਅਤੇ OBC ਕੈਟਾਗਰੀ ਨੂੰ ਦਿੱਤੀ ਜਾਊਗੀ। ਉਸ ਤੋਂ ਕੁਆਲੀਫਿਕੇਸ਼ਨ ਬਾਰੇ ਮੈਂ ਤੁਹਾਨੂੰ ਆਲਰੇਡੀ ਦੋਵੇਂ ਪੋਸਟਾਂ ਦੇ ਬਾਰੇ ਦੱਸ ਚੁੱਕੇ ਹਾਂ, ਅਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ। ਤਾਂ ਤੁਸੀਂ chandigarhforest.gov.in ਜੋ ਇਹ ਵੈਬਸਾਈਟ ਹੈ ਇਸ ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰਨਾ ਹੈ। ਹਾਲੇ ਜੋ ਲਿੰਕ ਹੈ ਉਹ ਸ਼ੋਅ ਕਰ ਰਿਹਾ ਹੈ ਲੇਕਿਨ ਉਹ ਐਕਟੀਵੇਟ ਨਹੀਂ ਹੋਇਆ, ਅਤੇ ਇਹਨਾਂ ਪੋਸਟਾਂ ਲਈ ਤੁਸੀਂ 29/9/2020 ਤੋਂ ਮਤਲਬ ਅੱਜ ਤੋਂ ਅਪਲਾਈ ਕਰ ਸਕਦੇ ਹੋ 20/10/2020 ਤਾਈਂ। ਇਹਦਾ ਮਤਲਬ ਤੁਹਾਨੂੰ 21/22 ਦੇ ਜੋ ਦਿੱਤੇ ਗਏ ਨੇ ਇਹਨਾਂ ਪੋਸਟਾਂ ਲਈ ਉਹਨਾਂ ਦੇ ਵਿੱਚ ਤੁਸੀਂ ਅਪਲਾਈ ਕਰ ਦੇਣਾ।
ਉਸ ਤੋਂ ਬਾਅਦ ਹੈੱਡ ਆਫ ਫੋਰੈਸਟ ਐਂਡ ਵਾਈਲਡ ਲਾਈਫ ਡਿਪਾਰਟਮੈਂਟ UT ਚੰਡੀਗੜ੍ਹ ਰਿਜ਼ਰਵ ਦੀ ਰਾਈਟ ਟੂ ਚੇਂਜ ਐਨੀ ਕੰਡੀਸ਼ਨ ਕ੍ਰਾਈਟੇਰੀਆ ਔਰ ਕੈਂਸਲ ਦੀ ਰਿਕਰੂਟਮੈਂਟ ਪ੍ਰੋਸੈਸ ਵਿਦਆਊਟ ਅਸਾਈਨਿੰਗ ਐਨੀ ਰੀਜ਼ਨ। ਤਾਂ ਹੈੱਡ ਆਫ ਫੋਰੈਸਟ ਕੋਲੇ ਪਾਵਰ ਹੈ ਕਿ ਉਹ ਕਿਸੇ ਵੀ ਸਮੇਂ ਇਹਦੀ ਜੋ ਕੰਡੀਸ਼ਨ ਹੈ ਰਿਕਰੂਟਮੈਂਟ ਦੀ ਉਸ ਨੂੰ ਚੇਂਜ ਕਰ ਸਕਦੇ, ਕ੍ਰਾਈਟੇਰੀਆ ਚੇਂਜ ਕਰ ਸਕਦੇ ਆ ਅਤੇ ਇਸ ਰਿਕਰੂਟਮੈਂਟ ਨੂੰ ਕੈਂਸਲ ਵੀ ਕਰ ਸਕਦੇ। ਤਾਂ ਇਹ ਵੀ ਇੱਥੇ ਲਿਖਿਆ ਹੋਇਆ ਹੈ। ਤਾਂ ਇੱਥੇ ਇਹ ਜਾਣਕਾਰੀ ਆਪਾਂ ਨੂੰ ਇਸ ਨੋਟੀਫਿਕੇਸ਼ਨ ਦੇ ਵਿੱਚ ਪ੍ਰੋਵਾਈਡ ਕਰਵਾਈ ਗਈ ਹੈ। ਤਾਂ ਇਹ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ। ਇੱਕ ਵਾਰ ਤੁਸੀਂ ਫਿਰ ਵੀ ਇਹ ਜੋ ਨੋਟੀਫਿਕੇਸ਼ਨ ਹੈ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ, ਅਤੇ ਫਿਰ ਹੀ ਤੁਸੀਂ ਅਪਲਾਈ ਕਰਨਾ ਹੈ। ਠੀਕ ਹੈ, ਤਾਂ ਇਹ ਸਾਰੀ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਅਤੇ ਇਹੀ ਜਾਣਕਾਰੀ ਮੈਂ ਤੁਹਾਨੂੰ ਪ੍ਰੋਵਾਈਡ ਕਰਾਉਣੀ ਸੀਗੀ। ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮੇਰਾ ਜੋ ਟੈਲੀਗ੍ਰਾਮ ਗਰੁੱਪ ਹੈ ਉਸ ਨੂੰ ਜਾ ਕੇ ਜੁਆਇਨ ਕਰ ਲਓ। ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਅਤੇ ਕਮੈਂਟ ਬਾਕਸ ਦੇ ਵਿੱਚ ਮਿਲ ਜਾਊਗਾ। ਅਤੇ ਹੁਣ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।